ਸੋ ਸਾਡੀ ਕਿਸਾਨ ਏਕਤਾ ਤੇ ਕਿਸਾਨ ਜੋ ਪ੍ਰੋਟੈਸਟ ਚੱਲ ਰਿਹਾ ਉਹਦੀ ਕਵਰੇਜ ਦੇ ਤਹਿਤ ਉਸੇ ਲੜੀ ਨੂੰ ਜਾਰੀ ਰੱਖਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਮਲੋਟ ਸ਼ਹਿਰ ਦੇ ਵਿੱਚ। ਤੇ ਮਲੋਟ ਸ਼ਹਿਰ ਦਾਖਲ ਹੁੰਦੇ ਹੀ ਸਾਨੂੰ ਇੱਕ ਇੱਥੇ ਜੋ ਬਠਿੰਡਾ ਚੌਂਕ ਦੇ ਨਾਮ ਤੇ ਮਲੋਟ ਸ਼ਹਿਰ ਦਾ ਮੇਨ ਏਰੀਆ ਹੈ, ਜਿੱਥੋਂ ਕਿ ਚਾਰੋਂ ਮੇਨ ਵੱਡੇ ਸ਼ਹਿਰਾਂ ਨੂੰ ਰੋਡਸ ਦਾ ਇੰਟਰਸੈਕਸ਼ਨ ਬਣਦਾ ਹੈ। ਇੱਥੇ ਅਸੀਂ ਕੁਝ ਕਿਸਾਨ ਯੂਨੀਅਨ ਦੇ ਸੰਯੁਕਤ ਮੋਰਚਾ ਇੱਕ ਹੈ, ਉਹਨਾਂ ਦੇ ਮੈਂਬਰ ਸਾਹਿਬਾਨ ਜੋ ਕਿ ਅਣਮਿੱਥੇ ਸਮੇਂ ਲਈ ਇੱਥੇ ਭੁੱਖ ਹੜਤਾਲ ਤੇ ਬੈਠੇ ਹੋਏ ਆ। ਅਸੀਂ ਉਹਨਾਂ ਨਾਲ ਤੁਹਾਡੀ ਗੱਲ ਕਰਵਾਵਾਂਗੇ ਕਿ ਉਹਨਾਂ ਦਾ ਇੱਥੇ ਬੈਠਣ ਦਾ ਮਕਸਦ ਹੈ ਤੇ ਕਿੰਨੇ ਟਾਈਮ ਤੋਂ ਉਹ ਇਸ ਪ੍ਰੋਟੈਸਟ ਦੇ ਉੱਪਰ ਇੱਥੇ ਆਪਦੇ ਭੁੱਖ ਹੜਤਾਲ ਦੇ ਉੱਪਰ ਬੈਠੇ ਆ। ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਜੀ ਪਹਿਲਾਂ ਉੱਪਰ ਇਹਨਾਂ ਦਾ ਜੋ ਬੈਨਰ ਲੱਗਿਆ ਉਹਨੂੰ ਕਵਰੇਜ ਕਰਨਗੇ। ਇਹ ਇਹਨਾਂ ਵੱਲੋਂ ਬਣਾਇਆ ਗਿਆ ਸੰਯੁਕਤ ਕਿਸਾਨ ਮੋਰਚਾ, ਜੋ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇੱਕ ਬੈਨਰ ਲਾਇਆ ਜਿਹਦੇ ਉੱਪਰ ਲਿਖਿਆ ਹੋਇਆ ਵੀ ਇੱਕ ਲੜੀਵਾਰ ਭੁੱਖ ਹੜਤਾਲ ਕੀਤੀ ਗਈ ਹੈ ਤਾਂ ਜੋ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਟਿਕਰੀ ਸਿੰਘੂ ਬਾਰਡਰ ਤੇ ਬੈਠ ਕੇ ਆਪਣਾ ਗਵਰਨਮੈਂਟ ਆਫ ਇੰਡੀਆ ਦੇ ਵਿਰੁੱਧ ਰੋਸ ਪ੍ਰਗਟ ਕਰ ਰਹੇ ਆ, ਉਸੇ ਨੂੰ ਸਪੋਰਟ ਦੇ ਵਿੱਚ ਇਹਨਾਂ ਵੱਲੋਂ ਇੱਥੇ ਭੁੱਖ ਹੜਤਾਲ ਕੀਤੀ ਗਈ ਹੈ। ਅਸੀਂ ਹੁਣ ਤੁਹਾਡੀ ਗੱਲ ਕਰਵਾਵਾਂਗੇ ਜਿਹੜੇ ਇੱਥੋਂ ਦੇ ਅਹੁਦੇਦਾਰ ਜਾਂ ਜਿਹੜੇ ਮੈਂਬਰ ਸਾਹਿਬਾਨ ਤੇ ਸਮੂਹ ਸੰਗਤ ਜਿਹੜੇ ਕਿ ਕਿਸਾਨ ਇੱਥੇ ਧਰਨੇ ਦੇ ਉੱਪਰ ਬੈਠ ਕੇ ਕਾਲੇ ਕਾਨੂੰਨਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਆ। ਨਾਮ ਸਾਨੂੰ ਦੱਸੋਗੇ? मेरा नाम डॉक्टर सुखदेव सिंह गिल, कन्वीनर मलोट विकास मंच मलोट। सब तो पहला दास अज धन श्री गुरु गोबिंद सिंह महाराज के प्रकाश दिहाड़े दियाँ अपने वालों ते जिला श्री मुक्तसर साहब या समूह समाज सेवी जथेबंदियां वालों धार्मिक जथेबंदियां वालों समुचियां संगतां नूं लख लख ਵਧਾਈ ਦਿੰਦੇ ਹਾਂ ਤੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਵੇਂ ਇਹਨਾਂ ਨੇ ਦੱਸਿਆ ਜੀ ਮਲੋਟ ਵਿਕਾਸ ਮੰਚ ਮਲੋਟ ਦੇ ਕਨਵੀਨਰ ਨੇ, ਤੇ ਕਿਸ ਮਕਸਦ ਦੇ ਤਹਿਤ ਜੀ ਤੁਸੀਂ ਇੱਥੇ, ਜਿਵੇਂ ਅਸੀਂ ਤੁਹਾਡਾ ਬੈਨਰ ਲੱਗਿਆ ਦੇਖਿਆ ਵੀ ਭੁੱਖ ਹੜਤਾਲ ਤੇ ਸੰਗਤਾਂ ਬੈਠੀਆਂ, ਕੀ ਆਪਣਾ ਇਹਦੇ ਪਿੱਛੇ ਮਕਸਦ ਕੀ ਹੈ ਜਾਂ ਕੀ ਰੋਸ਼ ਹੈ ਜੀ ਤੁਹਾਡਾ? ਇਹ ਜਿਹੜਾ ਮਕਸਦ ਹੈ ਇਹ ਆ ਭਲੀ ਭਾਂਤ ਅੱਜ ਕੱਲ੍ਹ ਪੰਜਾਬ ਨਹੀਂ ਬਲਕਿ ਦੇਸ਼ਾਂ ਤੇ ਵਿਦੇਸ਼ਾਂ ਦੀਆਂ ਤੇ ਪੂਰਾ ਦੇਸ਼ ਭਲੀ ਭਾਂਤ ਜਾਣਦਾ ਹੈ ਕਿ ਜੋ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਕਿਸਾਨਾਂ ਦੇ ਵਿਰੁੱਧ ਬਣਾਏ ਹਨ, ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸਾਡੇ ਸੰਯੁਕਤ ਕਿਸਾਨ ਮੋਰਚਾ ਸਵਾ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਦਿੱਲੀ ਮੋਰਚੇ ਲਈ ਬੈਠੇ ਨੇ ਔਰ ਮੰਗ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਮੋਦੀ ਜੀ ਕਾਲੇ ਕਾਨੂੰਨਾਂ ਨੂੰ ਰੱਦ ਕਰੋ ਤਾਂ ਜੋ ਦੇਸ਼ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਅਤੇ ਦੇਸ਼ ਦਾ ਵਿਕਾਸ ਹੋ ਸਕੇ। ਔਰ ਸੰਯੁਕਤ ਕਿਸਾਨ ਮੋਰਚੇ ਨੇ 26 ਜਨਵਰੀ ਨੂੰ ਜੋ ਸੰਗਤਾਂ ਨੂੰ ਹੁਕਮ ਕੀਤੇ ਹਨ ਕਿ 26 ਜਨਵਰੀ ਨੂੰ ਅਸੀਂ ਵੀ ਜੋ ਤਿਰੰਗਾ ਲਹਿਰਾਇਆ ਜਾਣਾ ਹੈ, ਉਹ ਤਿਰੰਗੇ 'ਚ ਦਿੱਲੀ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਹਨ ਔਰ ਟਰੈਕਟਰ ਮਾਰਚ ਉੱਥੇ ਕੱਢਿਆ ਜਾਣਾ ਹੈ। ਉਹਦੇ ਸਮਰਥਨ ਦੇ ਵਿੱਚ ਜੋ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਦੇ ਵਿੱਚ ਸਾਡੇ ਮਲੋਟ ਵਿਕਾਸ ਮੰਚ ਵੱਲੋਂ ਤੇ ਸਮੁੱਚੇ ਸ਼ਹਿਰ ਔਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਤੋਂ ਵੀ 26 ਜਨਵਰੀ ਨੂੰ ਠੀਕ 11 ਵਜੇ ਸ਼੍ਰੀ ਗੁਰੂ ਨਾਨਕ ਦੇਵ ਚੌਂਕ ਤੋਂ ਲੈ ਕੇ ਦਾਨੇ ਵਾਲੇ ਚੌਂਕ ਤੱਕ ਇੱਕ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਜਾਣਾ ਹੈ। ਔਰ ਸਮੁੱਚਾ ਦੇਸ਼, ਸਮੁੱਚਾ ਪੰਜਾਬ ਇਹੀ ਗੱਲ ਮੰਗ ਕਰ ਰਹੇ ਹਾਂ ਕਿ ਮੋਦੀ ਜਲਦੀ ਤੋਂ ਜਲਦੀ ਜਿਹੜੇ ਨੇ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤਾਂ ਜੋ ਦੇਸ਼ ਦੇ ਵਿੱਚ ਅਮਨ ਤੇ ਸ਼ਾਂਤੀ ਤੇ ਭਾਈਚਾਰਕ ਅਤੇ ਦੇਸ਼ ਦਾ ਵਿਕਾਸ ਹੋ ਸਕੇ। ਸੋ ਜਿਵੇਂ ਤੁਸੀਂ ਕਹਿ ਰਹੇ ਹੋ ਜੀ ਵੀ ਇੱਕ 26 ਜਨਵਰੀ ਨੂੰ ਜੋ ਇੱਕ ਤਿਰੰਗਾ ਬਰਾਬਰ ਲਹਿਰਾਇਆ ਜਾਣਾ, ਸੋ ਉਹਦੇ ਤਰਕ ਦੇ ਵਿੱਚ ਵੀ ਤੁਸੀਂ ਮਲੋਟ ਜੋ ਇੱਥੇ ਤੁਸੀਂ ਕਹਿ ਰਹੇ ਹੋ ਇੱਕ ਟਰੈਕਟਰ ਮਾਰਚ ਇੱਥੇ ਵੀ ਆਪਣੇ ਸ਼ਹਿਰ ਦੇ ਵਿੱਚ ਵੀ ਆਰਗੇਨਾਈਜ਼ ਕਰਿਆ ਜਾ ਰਿਹਾ, ਉਹਦੇ 'ਚ ਕੀ ਤੁਹਾਨੂੰ ਕੋਈ ਸਰਕਾਰੀ ਸਪੋਰਟ ਮਿਲ ਰਹੀ ਹੈ ਜਾਂ ਇਕੱਲੇ ਇਹ ਕਿਸਾਨਾਂ ਦਾ ਹੀ ਮਸਲਾ ਬਣ ਕੇ ਉਹਨੂੰ ਹੀ ਆਪਾਂ ਉਜਾਗਰ ਕਰਨਾ, ਜਾਂ ਕੁਝ ਸ਼ਹਿਰ ਵਾਸੀਆਂ ਵੱਲੋਂ ਵੀ ਤੁਹਾਨੂੰ ਇਸ 'ਚ ਲੱਗਦਾ ਵੀ ਆਪਾਂ ਨੂੰ ਕੋਆਪਰੇਸ਼ਨ ਮਿਲਣ ਜਾ ਰਹੀ ਹੈ, ਜਾਂ ਇਕੱਲੇ ਪਿੰਡਾਂ 'ਚੋਂ ਕਿਸਾਨ ਹੀ ਆਪਣੇ ਪਹੁੰਚਣਗੇ ਇਹਨਾਂ ਰੋਸ ਮਾਰੇ? ਇਹਦੇ ਵਿੱਚ ਜੋ ਸੰਯੁਕਤ ਕਿਸਾਨ ਮੋਰਚਾ ਟਰੈਕਟਰ ਮਾਰਚ ਦਿੱਲੀ ਕੱਢ ਰਿਹਾ ਹੈ ਉਹਦੇ ਸਬੰਧ ਵਿੱਚ ਹੀ ਸਮੁੱਚਾ ਪੰਜਾਬ, ਸਮੁੱਚਾ ਦੇਸ਼ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਤਹਿਸੀਲਾਂ ਦੇ ਵਿੱਚ ਜਿਹੜਾ ਹੈ ਉਹ ਇਕੱਲੇ ਕਿਸਾਨ ਹੀ ਨਹੀਂ ਬਲਕਿ ਉਹਦੇ ਵਿੱਚ ਹਿੰਦੂ, ਸਿੱਖ, ਮੁਸਲਿਮ, ਈਸਾਈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਸ਼ਾਮਲ ਹੋ ਕੇ ਉਹ ਵੀ ਉਸ ਦਿਨ ਟਰੈਕਟਰ ਮਾਰਚ ਜਿਹੜਾ ਹੈ ਉਹ ਕੱਢ ਰਹੇ ਨੇ। ਉਸ ਟਰੈਕਟਰ ਮਾਰਚ ਤੇ ਇੱਕ ਤਾਂ ਕਿਸਾਨ ਦਾ ਝੰਡਾ ਲੱਗਾ ਹੋਵੇਗਾ ਔਰ ਦੂਸਰਾ ਹੀ ਨਾਲ ਜਿਹੜਾ ਸਾਡਾ ਤਿਰੰਗਾ ਝੰਡਾ ਹੈ ਉਹ ਵੀ ਨਾਲ ਲਾਇਆ ਜਾਏਗਾ ਔਰ ਬਿਲਕੁਲ ਸ਼ਾਂਤੀਪੂਰਵਕ ਜਿਹੜਾ ਹੈ ਉਹ ਦਿਨ ਮਾਰਚ ਜਿਹੜਾ ਉਹ ਕੱਢਿਆ ਜਾਣਾ ਹੈ ਕਿਉਂਕਿ ਸਾਡਾ ਸੰਯੁਕਤ ਮੋਰਚਾ ਜੋ ਕਿਸਾਨ ਮੋਰਚਾ ਉਹਦੀ ਇੱਕੋ ਹੀ ਮੰਗ ਹੈ ਕਿ ਜੋ ਸਾਡਾ ਇਹ ਅੰਦੋਲਨ ਹੈ ਇਹ ਬਿਲਕੁਲ ਸ਼ਾਂਤੀਪੂਰਵਕ ਹੈ ਔਰ ਸ਼ਾਂਤੀਪੂਰਵਕ ਹੋਣ ਦੇ ਨਾਤੇ ਹੀ ਇਸ ਅੰਦੋਲਨ ਦੀ ਪੂਰਾ ਦੇਸ਼ ਬਲਕਿ ਦੇਸ਼ਾਂ ਤੇ ਵਿਦੇਸ਼ਾਂ ਜਿਹੜੀਆਂ ਸੰਗਤਾਂ ਨੇ ਉਹ ਇਸ ਦੀ ਤਾਰੀਫ ਕਰ ਰਹੀਆਂ ਨੇ। ਅਸੀਂ ਸ਼ਾਂਤੀ ਚਾਹੁੰਦੇ ਔਰ ਸ਼ਾਂਤੀਪੂਰਵਕ ਹੀ ਮਾਰਚ ਜਿਹੜਾ ਉਹ ਕੱਢਿਆ ਜਾਏਗਾ।
ਸੋ ਜਿਵੇਂ ਇਹਨਾਂ ਨੇ ਦੱਸਿਆ ਜੀ ਕਿ ਇਹ ਸ਼ਾਂਤੀਪੂਰਵਕ ਜੋ ਰੋਸ ਪ੍ਰਦਰਸ਼ਨ ਦਿੱਲੀ ਟਿਕਰੀ ਬਾਰਡਰ ਤੇ ਉਸ ਤੋਂ ਸਿੰਘੂ ਬਾਰਡਰ ਤੇ ਜਿਵੇਂ ਚੱਲ ਰਿਹਾ ਉਸੇ ਲੜੀ ਦੇ ਤਹਿਤ ਹੀ ਉਸੇ ਚੀਜ਼ ਨੂੰ ਹੀ ਸਪੋਰਟ ਕਰਨ ਲਈ ਇੱਕ ਇੱਥੇ ਇਹਨਾਂ ਵੱਲੋਂ ਇਹ ਰੋਸ ਮਾਰਚ ਜੋ ਭੁੱਖ ਹੜਤਾਲ ਕਰਕੇ ਕਰਿਆ ਜਾ ਰਿਹਾ ਤੇ ਕਿੰਨੇ ਮੈਂਬਰ ਹੈ ਜੀ ਜੋ ਆਪਣੇ ਭੁੱਖ ਹੜਤਾਲ ਤੇ ਲਗਾਤਾਰ ਬੈਠੇ ਹੈ 23 ਦਸੰਬਰ ਜੋ ਕਿਸਾਨ ਦਿਵਸ ਸੀ ਉਸ ਦਿਨ ਤੋਂ ਲੈ ਕੇ ਲਗਾਤਾਰ ਸ਼ਾਂਤਮਈ ਰੋਸ ਧਰਨਾ ਵੀ ਇੱਥੇ ਚੱਲ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ ਵਿਖੇ ਔਰ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਲਗਾਤਾਰ 5 ਵਿਅਕਤੀ ਭੁੱਖ ਹੜਤਾਲ ਦੇ ਵਿੱਚ ਬੈਠਦੇ ਹਨ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜਿਨ੍ਹਾਂ ਦੀ ਉਮਰ 80 ਸਾਲ ਤੋਂ ਹੀ ਵੱਧ ਬਜ਼ੁਰਗ ਨੇ ਉਹ ਅੱਜ ਦੀ ਭੁੱਖ ਹੜਤਾਲ ਦੇ ਵਿੱਚ ਬੈਠੇ ਨੇ ਔਰ ਮੋਦੀ ਤੋਂ ਮੰਗ ਕਰ ਰਹੇ ਨੇ ਕਿ ਮੋਦੀ ਦੇਸ਼ ਦੇ ਭਲੇ ਵਾਸਤੇ ਦੇਸ਼ ਦੇ ਵਿਕਾਸ ਵਾਸਤੇ ਦੇਸ਼ ਦੀ ਸ਼ਾਂਤੀ ਵਾਸਤੇ ਜੋ ਤੁਸੀਂ ਕਾਲੇ ਕਾਨੂੰਨ ਬਣਾਏ ਨੇ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਇਸ ਦਿਹਾੜੇ ਨੂੰ ਸਮਰਪਿਤ ਤੁਸੀਂ ਇਹ ਜਿਹੜੇ ਕਾਲੇ ਕਾਨੂੰਨ ਨੇ ਰੱਦ ਕਰੋ ਤਾਂ ਜੋ ਦੇਸ਼ ਦਾ ਵਿਕਾਸ ਹੋ ਸਕੇ ਦੇਸ਼ ਦੀ ਅਮਨ ਤੇ ਸ਼ਾਂਤੀ ਬਰਕਰਾਰ ਰਹਿ ਸਕੇ। ਸੋ ਇੱਕ ਬਜ਼ੁਰਗ ਇੱਥੇ ਸਾਡੇ ਕੋਲ ਨੇ ਜੀ ਸਾਨੂੰ ਦਿਖ ਰਿਹਾ ਹੈ ਕਿ ਜੋ ਉਹਨਾਂ ਦੀ ਆਪਾਂ ਨੂੰ ਉਮਰ ਦਾ ਅਨੁਮਾਨ ਲਾ ਸਕਦੇ ਹਾਂ ਵੀ ਉਹਨਾਂ ਦੀ ਉਮਰ ਸਾਨੂੰ ਕੁਝ ਕਰੀਬ 70 ਸਾਲ ਤੋਂ ਉੱਪਰ ਦੀ ਲੱਗ ਰਹੀ ਹੈ ਬਟ ਉਹ ਵੀ ਇਸ ਭੁੱਖ ਹੜਤਾਲ ਦੇ ਵਿੱਚ ਆਪਣਾ ਪੂਰਨ ਯੋਗਦਾਨ ਪਾ ਰਹੇ ਹੈ ਤੇ ਉਹ ਸ਼ਾਇਦ ਉਮਰ ਦੇ ਤਕਾਜ਼ੇ ਕਰਕੇ ਉਹ ਕੁਝ ਕੈਮਰੇ ਤੇ ਬੋਲਣ ਦਾ ਉਹਨਾਂ ਦਾ ਮਨ ਸ਼ਾਇਦ ਨਹੀਂ ਹੈ ਤਾਂ ਅਸੀਂ ਸਿੰਘ ਸਾਹਿਬ ਇੱਕ ਹੋਰ ਹੈਗੇ ਮੈਂਬਰ ਇਹਨਾਂ ਨਾਲ ਗੱਲ ਕਰਾਂਗੇ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮੋਹਰ ਸਿੰਘ ਰਿਟਾਇਰ ਕਾਨੂੰਗੋ। ਇਹ ਮੋਹਨ ਸਿੰਘ ਰਿਟਾਇਰਡ ਕਾਨੂੰਗੋ ਨੇ ਜੀ। ਮੋਹਰ ਸਿੰਘ ਸਰਦਾਰ ਮੋਹਰ ਸਿੰਘ ਰਿਟਾਇਰਡ ਕਾਨੂੰਗੋ ਨੇ ਜੀ। ਕਿੱਥੋਂ ਦੀ ਸਰਵਿਸ ਹੈ ਜੀ ਜ਼ਿਆਦਾ ਤੁਹਾਡੀ? ਮੇਰੀ ਜਿਆਦਾ ਮਲੋੜ ਦੀ ਸਰਵਿਸ ਹੈ ਤੇ ਰਹਿਣ ਵਾਲੇ ਤੁਸੀਂ ਇਸ ਸ਼ਹਿਰ ਦੇ ਹੀ ਹੋ? ਹਾਂ ਇਸ ਸ਼ਹਿਰ ਦੇ ਮਲੋੜ ਦੇ। ਸੋ ਕਾਨੂੰਗੋ ਸਾਹਿਬ ਅਕਸਰ ਸਰਕਾਰੀ ਸਿਸਟਮ 'ਚ ਰਹਿ ਕੇ ਸਰਵਿਸ ਕਰਕੇ ਆਪਣਾ ਜੋ ਰਿਟਾਇਰਡ ਮੁਲਾਜ਼ਮ ਹੁੰਦੇ ਆ ਜਾਂ ਸਰਵਿਸਿਜ਼ ਦੇ ਵਿੱਚ ਮੁਲਾਜ਼ਮ ਹੁੰਦੇ ਆ ਉਹਨਾਂ ਦਾ ਜ਼ਿਆਦਾਤਰ ਝੁਕਾਅ ਲੋਕਲ ਐਡਮਿਨਿਸਟ੍ਰੇਸ਼ਨ ਦੀ ਸਪੋਰਟ 'ਚ ਹੀ ਹੋ ਜਾਂਦਾ ਹੈ। ਉਹਨਾਂ ਦਾ ਹਮੇਸ਼ਾ ਉਹ ਅਸੀਂ ਅਕਸਰ ਦੇਖਦੇ ਹਾਂ ਵੀ ਜਿਹੜੀ ਗਵਰਨਮੈਂਟ ਦੇ ਅਦਾਰੇ ਹੈ ਜਾਂ ਗਵਰਨਮੈਂਟ ਖੁਦ ਹੈ ਉਹਨਾਂ ਦੇ ਫੇਵਰ 'ਚ ਹੀ ਜ਼ਿਆਦਾ ਖੜਦੇ ਆ ਬਟ ਸਾਨੂੰ ਦੇਖ ਕੇ ਅਸੀਂ ਇਸ ਚੀਜ਼ ਨੂੰ ਵਾਕਈ ਸਰਪ੍ਰਾਈਜ਼ਡ ਹਾਂ ਕਿ ਤੁਸੀਂ ਅੱਜ ਇੱਥੇ ਭੁੱਖ ਹੜਤਾਲ ਦੇ ਵਿੱਚ ਸਪੋਰਟ ਕਰ ਰਹੇ ਹੋ। ਇਹਦੇ ਪਿੱਛੇ ਤੁਸੀਂ ਇਹ ਸਾਈਡ ਆਉਣ ਲਈ ਸਰਕਾਰ ਦੇ ਵਿਰੁੱਧ ਖੜਨ ਲਈ ਮੋਟੀਵੇਟ ਹੋਏ ਇਹਦਾ ਕਾਰਨ ਕੀ ਹੈ ਜੀ? ਪਿੱਛੇ ਕੀ ਲੱਗਦਾ ਤੁਹਾਨੂੰ? ਅਸੀਂ ਸਭ ਤੋਂ ਪਹਿਲਾਂ ਜੀ ਅਸੀਂ ਕਿਸਾਨ ਹੈ ਔਰ ਮੈਂ ਕਿਸਾਨਾਂ ਦਾ ਪੁੱਤ ਹਾਂ। ਪਹਿਲਾਂ ਸਾਡੀ ਕਿਸਾਨੀ ਹੈ ਉਸ ਤੋਂ ਬਾਅਦ ਸਾਡੀ ਮੁਲਾਜ਼ਮ ਹੈ ਔਰ ਉਹ ਰਿਟਾਇਰ ਹੈ ਤੇ ਅਸੀਂ ਸਰਵਿਸ ਤੇ ਹਾਂ। ਇਹ ਗੱਲ ਨਹੀਂ ਕਿ ਜੇ ਕੋਈ ਮੁਲਾਜ਼ਮ ਹੈ ਤੇ ਜੇ ਕੋਈ ਸਰਕਾਰ ਧੱਕਾ ਕਰਦੀ ਹੈ ਤੇ ਉਹਦੇ ਵਿਰੁੱਧ ਆਵਾਜ਼ ਨਹੀਂ ਉਠਾ ਸਕਦਾ। ਮੈਂ ਮੁਲਾਜ਼ਮ ਜਥੇਬੰਦੀ ਦੇ ਆਪਦੀ ਤੁਸੀਂ ਜ਼ਿਲ੍ਹੇ ਦਾ ਪਰਿਵਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਉਦੋਂ ਵੀ ਜਿੱਥੇ ਕੋਈ ਧੱਕੇਸ਼ਾਹੀ ਹੁੰਦੀ ਸੀ ਅਸੀਂ ਆਪਦੀ ਆਵਾਜ਼ ਬੁਲੰਦ ਕਰਦੇ ਸਾਂ। ਅੱਜ ਵੀ ਸੈਂਟਰ ਦੀ ਸਰਕਾਰ ਜੋ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਮਜ਼ਦੂਰ ਵਰਗ ਨਾਲ ਧੱਕਾ ਕਰ ਰਹੀ ਆ ਬਲਕਿ ਇਕੱਲੇ ਪੰਜਾਬ ਦੀ ਗੱਲ ਨਹੀਂ ਹੁਣ ਤਾਂ ਆਲ ਇੰਡੀਆ ਦੇ ਕਿਸਾਨ ਮਜ਼ਦੂਰ ਇਕੱਠੇ ਹੋ ਚੁੱਕੇ ਨੇ। ਹਰੇਕ ਬੱਚੇ ਨੂੰ ਇਸ ਚੀਜ਼ ਦਾ ਪਤਾ ਲੱਗ ਚੁੱਕਾ ਕਿ ਜਿਹੜੇ ਕਾਲੇ ਕਾਨੂੰਨ ਨੇ ਇਹ ਹਰੇਕ ਤਰ੍ਹਾਂ ਇਹਦੇ ਨੁਕਸਾਨ ਕਰਨਾ ਔਰ ਸਾਡੀ ਇਹ ਜਿਹੜੇ ਅਸੀਂ ਇੱਥੇ ਧਰਨਾ ਲਾਇਆ ਇਹ ਕਈ ਵਾਰੀ ਵੇਖ ਕੇ 5-4 ਬੰਦੇ ਵੇਖ ਕੇ ਆਖ ਦਿੰਦੇ ਵੀ ਯਾਰ 5 ਕੇ ਬੰਦੇ ਬੈਠੇ ਇੱਥੇ ਅਸੀਂ ਲੋਕਾਂ ਨੂੰ ਬੈਠ ਕੇ ਪ੍ਰੇਰਨਾ ਦਿੰਦੇ ਹਾਂ ਕਿ ਦਿੱਲੀ ਚਲੋ ਜਾਂ ਦਿੱਲੀ ਨਹੀਂ ਜਾ ਸਕਦੇ ਇੱਥੇ ਆਓ ਕਿ ਵੱਧ ਤੋਂ ਵੱਧ ਜਿਹੜਾ ਅਸੀਂ ਆਪਦੀ ਵਿਖਾਵਾ ਕਰਕੇ ਸਰਕਾਰ ਤੋਂ ਮੰਗਾਂ ਮਨਵਾ ਸਕੀਏ। ਸੋ ਜਿਵੇਂ ਇਹਨਾਂ ਨੇ ਦੱਸਿਆ ਜੀ ਕਿ ਗਵਰਨਮੈਂਟ ਦੀ ਧੱਕੇਸ਼ਾਹੀ ਦੇ ਵਿਰੁੱਧ ਇਹਨਾਂ ਦਾ ਸ਼ੁਰੂ ਤੋਂ ਟੈਂਡੈਂਸੀ ਰਹੀ ਹੈ ਕਿ ਜੀ ਜਦੋਂ ਅਸੀਂ ਸਰਵਿਸ ਦੇ ਵਿੱਚ ਵੀ ਸੀਗੇ ਤਾਂ ਕੋਈ ਜੇਕਰ ਸਰਕਾਰ ਵੱਲੋਂ ਗਲਤ ਫੈਸਲਾ ਲਿਆ ਜਾਂਦਾ ਤਾਂ ਉਹਦੇ ਵਿਰੁੱਧ ਹਮੇਸ਼ਾ ਹੀ ਖੜੇ ਆ ਤੇ ਉਸੇ ਦੇ ਤਹਿਤ ਅੱਜ ਫੇਰ ਇਹ ਉਸੇ ਚੀਜ਼ ਨੂੰ ਆਪਦੀ ਇੱਕ ਕੁਆਲਿਟੀ ਨੂੰ ਕੰਟੀਨਿਊ ਰੱਖਦੇ ਹੋਏ ਅੱਜ ਇਸ ਰੋਸ ਮਾਰਚ ਦੇ ਵਿੱਚ ਵੀ ਬੈਠੇ ਆ। ਤੇ ਤੁਹਾਡੀ ਕੋਈ ਤੁਸੀਂ ਕੀ ਸੰਦੇਸ਼ ਤੁਹਾਡਾ ਜੀ ਵੀ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਵੇਂ ਕਿਹਾ ਜਾ ਰਿਹਾ ਵੀ ਜੋ ਅਸੀਂ ਇਹ ਬਿੱਲ ਪਾਸ ਕਰੇ ਹੈ ਜੋ ਨਵੇਂ ਕਾਨੂੰਨ ਲੈ ਕੇ ਆਏ ਹੈ ਵੀ ਇਹ ਪਬਲਿਕ ਦੇ ਹਿਤੈਸ਼ੀ ਹੈ ਪਬਲਿਕ ਦੇ ਵੈਲਫੇਅਰ ਲਈ ਹੈ ਕਿਸਾਨਾਂ ਦਾ ਇਹਨਾਂ ਨਾਲ ਸਟੇਟਸ ਨੂੰ ਅੱਗੇ ਵਧਾਇਆ ਜਾਊਗਾ ਤਾਂ ਕੀ ਤੁਹਾਨੂੰ ਲੱਗਦਾ ਵੀ ਇਹ ਗਵਰਨਮੈਂਟ ਵੱਲੋਂ ਜੋ ਤਰਕ ਦਿੱਤਾ ਜਾਂਦਾ ਉਹ ਝੂਠ ਦਾ ਆਧਾਰ ਬਣਾਇਆ ਜਾ ਰਿਹਾ ਜਾਂ ਉਹਦੇ 'ਚ ਕੋਈ ਸੱਚ ਵੀ ਲੱਗਦਾ ਜੀ? ਦੇਖੋ ਜੀ ਜਿਸ ਤਰ੍ਹਾਂ ਮੈਂ ਇੱਕ ਪੰਜਾਬੀ ਦੀ ਦਾਦਾ ਤੁੰਮਾ ਹੁੰਦਾ ਉਹ ਅਸੀਂ ਕਿਸੇ ਨੂੰ ਇਹਨੇ ਤੁੰਮਾ ਖਾ ਲਾ ਯਾਰ ਤੁੰਮਾ ਤੇਰੇ ਫਾਇਦੇਮੰਦ ਆ ਲੇਕਿਨ ਜੇ ਤੁੰਬੇ ਨੂੰ ਡਾਇਰੈਕਟ ਖਵਾਇਆ ਜਾਵੇ ਤਾਂ ਫਾਇਦੇਮੰਦ ਨਹੀਂ ਉਹ ਬਹੁਤ ਜ਼ਿਆਦਾ ਨੁਕਸਾਨਦੇਹ ਹੈ। ਜੇ ਉਸ ਤੁੰਮੇ ਤੋਂ ਕੋਈ ਚੂਰਨ ਤਿਆਰ ਕਰਕੇ ਖਵਾਇਆ ਜਾਵੇ ਤਾਂ ਉਹ ਬਹੁਤਾ ਫਾਇਦੇਮੰਦ ਹੈ। ਇਹ ਤਾਂ ਜਿਹੜੇ ਮੋਦੀ ਸਰਕਾਰ ਹੈ ਜਿਹਦੇ ਨੇ ਕਾਨੂੰਨ ਬਣਾਈ ਡਾਇਰੈਕਟ ਤੁੰਮੇ ਦੀ ਤਰ੍ਹਾਂ ਕਿਸਾਨ ਦੇ ਮੂੰਹ 'ਚ ਤੋੜ ਰਹੀ ਆ ਜਿਹੜਾ ਕਿ ਬਹੁਤ ਹੀ ਮਾੜਾ ਹੈ। ਇਹਨਾਂ ਕਾਨੂੰਨਾਂ ਨੂੰ ਜਿਸ ਤਰ੍ਹਾਂ ਸਾਡੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਉਸ ਤਰੀਕੇ ਨਾਲ ਲਾਗੂ ਕੀਤਾ ਜਾਵੇ ਤੇ ਬਹੁਤ ਅੱਛੀ ਗੱਲ ਹੈ ਫਿਰ ਤਾਂ ਤੁੰਮੇ ਦਾ ਚੂਰਨ ਹੈ। ਅਦਰਵਾਈਜ਼ ਜੇ ਇਹੋ ਜਿਹੇ ਕਾਨੂੰਨ ਲਾਗੂ ਹੁੰਦੇ ਤਾਂ ਬਿਲਕੁਲ ਤੁੰਮਾ ਜਿਹੜਾ ਕਿ ਕਿਸਾਨਾਂ ਵਾਸਤੇ ਬਹੁਤ ਹੀ ਮਾਰੂ ਹੈ। ਸੋ ਦੇਖੋ ਜੀ ਵੀ ਜ਼ਬਰਦਸਤੀ
ਵੀ ਇਹਦੇ 'ਚ ਗਵਰਨਮੈਂਟ ਆਫ ਇੰਡੀਆ ਦੀ ਇੱਕ ਜ਼ਬਰਦਸਤੀ ਮਹਿਸੂਸ ਕੀਤੀ ਜਾ ਰਹੀ ਹੈ ਆਮ ਲੋਕਾਂ ਵੱਲੋਂ, ਕਿਸਾਨਾਂ ਵੱਲੋਂ, ਕਿ ਅਸੀਂ ਇਸ ਚੀਜ਼ ਨੂੰ ਨਹੀਂ ਚਾਹੁੰਦੇ ਬਟ ਜ਼ਬਰਦਸਤੀ ਸਾਡੇ ਉੱਪਰ ਥੋਪਿਆ ਜਾ ਰਿਹਾ। ਤਾਂ ਉਹਦੇ 'ਚ ਕੀ ਕੋਈ ਤਬਦੀਲੀਆਂ ਕਿਸੇ ਤਰ੍ਹਾਂ ਦੀਆਂ ਰੱਦੋ ਬਦਲ ਜਾਂ ਕੋਈ ਅਮੈਂਡਮੈਂਟਸ ਦਾ ਵੀ ਆਪਾਂ ਨੂੰ ਕੋਈ ਲੱਗਦਾ ਵੀ ਉਹਦਾ ਵਿਚਾਲਾ ਰਸਤਾ ਹੈਗਾ ਕਿ ਉਹਨੂੰ ਇੱਕ ਤਰ੍ਹਾਂ ਦਾ ਖਾਰਜ ਕਰਨਾ ਹੀ ਇੱਕ ਇਹਦਾ ਜੋ ਸਹੀ ਹੱਲ ਹੈ, ਵੀ ਇਹ ਬਿੱਲ ਖਤਮ ਕੀਤੇ ਜਾਣ ਤੇ ਇਹਨਾਂ ਨੂੰ ਖਾਰਜ ਕਰਿਆ ਜਾਵੇ? ਬਿਲਕੁਲ ਜੀ, ਦੇਖੋ ਜੀ, ਜਦੋਂ ਮੈਂ ਕੋਈ ਚੀਜ਼ ਉੱਥੇ ਡਿਮਾਂਡ ਹੀ ਨਹੀਂ ਕਰ ਰਿਹਾ, ਤੁਸੀਂ ਮੈਨੂੰ ਧੱਕੇ ਨਾਲ ਉਹ ਚੀਜ਼ ਦੇ ਰਹੇ ਜੇ, ਮੈਨੂੰ ਉਹ ਚੀਜ਼ ਚਾਹੇ ਨੁਕਸਾਨ ਹੈ ਚਾਹੇ ਫਾਇਦਾ, ਜਦੋਂ ਮੈਂ ਉਹ ਚੀਜ਼ ਲੈਣੀ ਨਹੀਂ ਚਾਹੁੰਦਾ, ਅਸੀਂ ਇਹ ਜਿਹੜੇ ਤਿੰਨੇ ਬਿੱਲ ਬਿਲਕੁਲ ਵੱਡੋ ਖਾਰਜ ਕਰਨੇ, ਅਸੀਂ ਵਾਪਸ ਕਰਾਉਣੇ, ਇਹ 'ਚ ਕੋਈ ਅਮੈਂਡਮੈਂਟ ਲਈ ਤਿਆਰ ਨਹੀਂ। ਭਲਾ ਸਾਨੂੰ ਇਹਦੇ ਵਾਸਤੇ ਕਿੰਨੀਆਂ ਵੀ ਕੁਰਬਾਨੀਆਂ ਦੇਣ, ਕਿਉਂਕਿ ਪੰਜਾਬੀਆਂ ਦਾ ਇਤਿਹਾਸ ਹੈ, ਇੱਥੋਂ ਦਾ ਇਤਿਹਾਸ ਹੈ ਕਿ ਇੱਥੇ ਜਿਨ ਕੁਰਬਾਨੀਆਂ ਦੇ ਨਾਲ ਕੁਰਬਾਨੀਆਂ ਦੇਣ ਤੋਂ ਕੋਈ ਪਿੱਛੇ ਨਹੀਂ ਹਟਦਾ। ਸਾਡਾ ਸਾਰਾ ਪੰਜਾਬ ਕੀ ਆਲ ਇੰਡੀਆ ਇਸ ਤਿੰਨਾਂ ਕਾਨੂੰਨਾਂ ਵਾਸਤੇ ਕੁਰਬਾਨੀਆਂ ਨੇ ਇਸ ਵਾਸਤੇ ਆ। ਔਰ ਵਾਰ-ਵਾਰ ਅਸੀਂ ਨੌਜਵਾਨਾਂ ਨੂੰ ਸਟੇਜ ਤੋਂ ਅਪੀਲ ਕਰਦੇ ਹਾਂ ਕਿ ਇਸ ਧਰਨੇ ਨੂੰ ਸ਼ਾਂਤਮਈ ਰੱਖਣਾ, ਅਸੀਂ ਕੋਈ ਖੱਲਰਬਾਜ਼ੀ ਨਹੀਂ ਕਰਨੀ। ਸਰਕਾਰ ਇਹ ਭਾਲਦੀ ਆ ਔਰ ਸਰਕਾਰ ਚਾਲਾਂ ਵੀ ਚੱਲਦੀ ਵੀ ਕਿਵੇਂ ਨਾ ਕਿਵੇਂ ਨਾ ਖੱਲਰ ਪਵੇ, ਔਰ ਇਹਦਾ ਕੋਈ ਸਟੇਜ ਹੋਰ ਕਿਸੇ ਬੰਦੇ ਨੂੰ ਜਾਵੇ, ਲੇਕਿਨ ਅਸੀਂ ਸ਼ਾਂਤਮਈ ਰਹਿਣਾ। ਔਰ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ, ਅੱਗੇ ਵੀ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬਹੁਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ, ਤੇ ਹੁਣ ਵੀ ਜਿੰਨਾ ਚਿਰ ਤਿੰਨੇ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਸ਼ਾਂਤਮਈ ਉੱਥੇ ਧਰਨੇ ਤੇ ਬਹਿਣਾ ਔਰ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ। ਅਸੀਂ, ਸਾਡੇ ਮਾਤਾ ਪਿਤਾ, ਬਜ਼ੁਰਗ, ਭੈਣ ਭਰਾ ਸਾਰੇ ਉੱਥੇ ਗਏ ਹੋਏ ਨੇ, ਸਾਨੂੰ ਵੀ ਜਦੋਂ ਲੋੜ ਪਊ ਸਦਾਊ ਅਸੀਂ ਵੀ ਜਾਵਾਂਗੇ। ਲੇਕਿਨ ਜਿਸ ਤਰ੍ਹਾਂ ਸਾਡੀਆਂ ਡਿਊਟੀਆਂ ਲੱਗੀਆਂ ਕਿ ਤੁਸੀਂ ਪਿੰਡਾਂ ਦੇ ਵਿੱਚੋਂ ਟੀਮਾਂ ਤਿਆਰ ਕਰਨੀਆਂ, ਇੱਕ ਦੋ ਸਿੰਗਲ ਟੀਮ, ਉਦੋਂ ਅਗਲੀ ਟੀਮ ਨੇ ਕੀ ਕੰਮ ਕਰਨਾ, ਵਾਰ-ਵਾਰ ਅਸੀਂ ਲੋਕਾਂ ਨੂੰ ਹੌਲੀ-ਹੌਲੀ ਇਸ ਤਰ੍ਹਾਂ ਪ੍ਰੇਰ ਰਹੇ ਹਾਂ। ਸੋ ਦੇਖੋ ਜੀ, ਬੈਕ ਐਂਡ ਤੇ ਰਹਿ ਕੇ ਇਹਨਾਂ ਵੱਲੋਂ ਇੱਕ ਪਬਲਿਕ ਜੋ ਕਿਸਾਨ ਇੱਥੇ ਪਿੰਡਾਂ ਦੇ ਵਿੱਚ ਹੋਰ ਵੀ ਜਿਹੜੇ ਕਿ ਉੱਥੇ ਹਲੇ ਨਹੀਂ ਪਹੁੰਚ ਪਾਏ ਟਿਕਰੀ ਬਾਰਡਰ ਤੇ ਜਾਂ ਸਿੰਘੂ ਬਾਰਡਰ ਤੇ, ਸੋ ਇਹਨਾਂ ਵੱਲੋਂ ਇੱਕ ਡੋਮੈਸਟਿਕ ਡਿਊਟੀ ਦਿੱਤੀ ਜਾ ਰਹੀ ਹੈ ਆਪਣੇ ਏਰੀਆਜ਼ ਦੇ ਵਿੱਚ ਕਿ ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ ਕਿ ਜੀ ਤੁਸੀਂ ਉੱਥੇ ਪਹੁੰਚੋ। ਸੋ ਵਾਕਿਆ ਹੀ ਇਹ ਕਾਬਿਲੇ ਤਾਰੀਫ ਹੈ ਕਿ ਜੀ ਬਹੁਤ ਲੋਕ ਲੱਖਾਂ ਕਰੋੜਾਂ ਦੀ ਗਿਣਤੀ 'ਚ ਉਹ ਬਾਰਡਰਸ ਦੇ ਉੱਪਰ ਧਰਨਿਆਂ ਦੇ ਵਿੱਚ ਬੈਠੇ ਹੈ, ਬਟ ਜਿਹੜੀ ਉਹਨਾਂ ਨੂੰ ਬੈਕ ਐਂਡ ਤੋਂ ਸਪੋਰਟ ਦੀ ਜ਼ਰੂਰਤ ਹੈ। ਸੋ ਇਹਨਾਂ ਬਜ਼ੁਰਗਾਂ ਵਾਂਗ ਇੱਥੇ ਬਹੁਤ ਜੋ ਕਿਸਾਨਾਂ ਦੇ ਹਿਤੈਸ਼ੀ ਹੈ, ਕਿਸਾਨ ਖੁਦ ਜੋ ਕਿਸਾਨੀ ਨਾਲ ਜੁੜੇ ਹੈ, ਇਹਨਾਂ ਵੱਲੋਂ ਡੋਮੈਸਟਿਕ ਲੈਵਲ ਤੇ ਬੈਕ ਐਂਡ ਤੇ ਕੰਮ ਕਰਿਆ ਜਾ ਰਿਹਾ ਤਾਂ ਕਿ ਜਿਹੜੇ ਉੱਥੇ ਧਰਨਿਆਂ ਦੇ ਵਿੱਚ ਸਾਡੇ ਬੀਬੀਆਂ ਭੈਣਾਂ ਵੀਰ ਬੈਠੇ ਹੈ ਜੋ ਉੱਥੇ ਬਾਰਡਰਾਂ ਦੇ ਉੱਪਰ ਬਹੁਤ ਲੰਬੇ ਸਮੇਂ ਤੋਂ ਇਹੋ ਜਿਹੀ ਕੜਾਕੇ ਦੀ ਠੰਡ ਦੇ ਵਿੱਚ ਉੱਥੇ ਬੈਠ ਕੇ ਸਰਕਾਰ ਦੇ ਵਿਰੁੱਧ ਇੱਕ ਲੜਾਈ ਲੜ ਰਹੇ ਹੈ, ਉਹਨਾਂ ਨੂੰ ਬੈਕ ਐਂਡ ਤੋਂ ਕਿਸੇ ਚੀਜ਼ ਦੀ ਉੱਥੇ ਕਮੀ ਨਾ ਆਵੇ, ਉਸ ਚੀਜ਼ ਨੂੰ ਸਪੋਰਟ ਕਰਨ ਲਈ, ਉਸ ਚੀਜ਼ ਨੂੰ ਫੁੱਲਫਿਲ ਕਰਨ ਲਈ ਇਹਨਾਂ ਵੱਲੋਂ ਪਿੱਛੇ ਰਹਿ ਕੇ ਕੰਮ ਕੀਤਾ ਜਾ ਰਿਹਾ। ਸੋ ਅਕਸਰ ਅਸੀਂ ਇੱਕ ਦੇਖਦੇ ਹਾਂ ਜੀ ਕਿ ਇਹ ਜ਼ਿਆਦਾਤਰ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਪ੍ਰਮੋਟ ਕੀਤਾ ਜਾਂਦਾ ਕਿ ਜੀ ਇਹ ਇਕੱਲੇ ਸਿੱਖਾਂ ਦਾ ਮੁਜ਼ਾਹਰਾ ਹੈ, ਇਹ ਸਿੱਖਾਂ ਨੂੰ ਇਤਰਾਜ਼ ਹੈ। ਸੋ ਇੱਕ ਇੱਥੇ ਸਾਨੂੰ ਇੱਕ ਚੀਜ਼ ਹੋਰ ਦੇਖਣ ਨੂੰ ਮਿਲ ਰਹੀ ਹੈ ਕਿ ਇੱਕ ਐਗਜ਼ਾਮਪਲ ਹੈ ਸੋਸਾਇਟੀ ਲਈ ਵੀ ਤੇ ਗਵਰਨਮੈਂਟ ਆਫ ਇੰਡੀਆ ਲਈ ਵੀ ਕਿ ਇਹ ਇਕੱਲੇ ਸਿੱਖਾਂ ਦਾ ਜਾਂ ਕੋਈ ਇਹ ਪੰਜਾਬੀਆਂ ਦਾ ਮਸਲਾ ਨਹੀਂ ਹੈ, ਇਹ ਪੂਰੇ ਇੰਡੀਆ ਵਾਈਡ ਹੋਰ ਹਰੇਕ ਇਨਸਾਨ ਜੋ ਇੰਡੀਆ ਦੇ ਵਿੱਚ ਰਹਿ ਰਿਹਾ ਉਹਦਾ ਇਹ ਮਸਲਾ ਹੈ। ਉਹਨੂੰ ਜਿਹੜੇ ਖੇਤੀ ਕਾਨੂੰਨ ਆ ਉਹਨੂੰ ਇਫੈਕਟ ਕਰਨ ਜਾ ਰਹੇ ਆ। ਸੋ ਇੱਥੇ ਇਸੇ ਜੋ ਮੌਜੂਦਾ ਧਰਨੇ ਦੇ ਵਿੱਚ ਅਸੀਂ ਜਿੱਥੇ ਪਹੁੰਚੇ ਹਾਂ, ਇੱਥੇ ਇੱਕ ਬਜ਼ੁਰਗ ਬੈਠੇ ਹੈ ਜੋ ਕਿ ਸਾਨੂੰ ਪਤਾ ਲੱਗਿਆ ਕਿ ਜੀ ਉਹਨਾਂ ਦਾ ਖੇਤੀ ਨਾਲ ਸ਼ਾਇਦ ਡਾਇਰੈਕਟ ਇਨਡਾਇਰੈਕਟ ਕੰਸਰਨ ਹੈ ਜਾਂ ਨਹੀਂ, ਬਾਕੀ ਅਸੀਂ ਉਹਨਾਂ ਤੋਂ ਖੁਦ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ, ਉਹਨਾਂ ਤੋਂ ਪੁੱਛਾਂਗੇ। ਸੋ ਮੈਂ ਕੈਮਰਾਮੈਨ ਬਲਜਿੰਦਰ ਸਿੰਘ ਨੂੰ ਕਹੂੰਗਾ ਕਿ ਕੈਮਰਾ ਉਹਨਾਂ ਵੱਲ ਨੂੰ ਮੂਵ ਕਰੇ ਤਾਂ ਜੋ ਆਪਾਂ ਉਹਨਾਂ ਨਾਲ ਗੱਲ ਕਰ ਸਕੀਏ ਵੀ ਉਹ ਇੱਥੇ ਪਹੁੰਚੇ ਆ ਤਾਂ ਕੀ ਉਹਨਾਂ ਦਾ ਮਕਸਦ ਕੀ ਹੈ ਇੱਥੇ ਆਉਣ ਦਾ। ਸੋ ਆ ਤੁਸੀਂ ਜਿਵੇਂ ਦੇਖ ਸਕਦੇ ਹੋ ਜੀ ਬਜ਼ੁਰਗ ਸਾਡੇ ਨਾਲ ਬੈਠੇ ਆ, ਇਸ ਟਾਈਮ ਅਸੀਂ ਇਹਨਾਂ ਦਾ ਨਾਮ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੀ ਨਾਮ ਹੈ ਜੀ? ਮੇਰਾ ਨਾਮ ਮਾਸਟਰ ਦਰਸ਼ਨ ਲਾਲ ਕੰਸਲ ਹੈ। ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ 20 ਸਾਲ ਰਿਟਾਇਰਮੈਂਟ ਹੋ ਗਈ ਹੈ ਅਤੇ ਸਰਵਿਸ ਦੌਰਾਨ ਅਤੇ ਆਫਟਰ ਰਿਟਾਇਰਮੈਂਟ ਸਮਾਜ ਸੇਵਾ ਦੇ ਨਾਲ ਜੁੜੇ ਹੋਏ ਹਾਂ। ਕੋਈ ਵੀ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ, ਕੋਈ ਸਰਕਾਰ ਜ਼ਿਆਦਤੀ ਕਰਦੀ ਹੈ, ਅਸੀਂ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿੰਦੇ ਹਾਂ। ਸੋ ਜਿਵੇਂ ਇਹਨਾਂ ਨੇ ਦੱਸਿਆ ਜੀ ਦਰਸ਼ਨ ਲਾਲ ਕੰਸਲ ਇਹਨਾਂ ਦਾ ਨਾਮ ਹੈ ਜੀ। ਇਹ ਵੀ ਗਵਰਨਮੈਂਟ ਐਜੂਕੇਸ਼ਨ ਸਿਸਟਮ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰਡ ਨੇ ਤੇ ਆਪਣੇ ਆਪ 'ਚ ਬੜੀ ਇਹਨਾਂ ਦੀ ਉਮਰ ਆਪਾਂ ਅੰਦਾਜ਼ਾ ਇਸੇ ਗੱਲ ਤੋਂ ਲਾ ਸਕਦੇ ਹਾਂ ਕਿ ਜੀ ਇਹਨਾਂ ਨੂੰ 20 ਸਾਲ ਰਿਟਾਇਰ ਹੋਇਆਂ ਨੂੰ ਹੋ ਗਏ ਹੈ। ਤਾਂ ਐਟ ਪ੍ਰੈਜ਼ੈਂਟ ਏਜ ਜੋ ਦੱਸ ਰਹੇ ਇਹਨਾਂ ਦੀ ਏਜ ਜੋ ਹੈ ਉਹ 77 ਸਾਲ ਹੈ, 77 ਈਅਰਸ ਓਲਡ ਹੀ ਇਜ਼। ਸੋ ਕੰਸਲ ਸਾਹਿਬ, ਜੋ ਇਹ ਗਵਰਨਮੈਂਟ ਆਫ ਇੰਡੀਆ ਵੱਲੋਂ ਬਿੱਲ ਪਾਸ ਕੀਤੇ ਗਏ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਜੀ ਇਹ ਇਕੱਲੀ ਕਿਸਾਨੀ ਤੇ ਮਾਰੂ ਹੈ ਜਾਂ ਇਹਦਾ ਇਫੈਕਟ ਹੋਰ ਵਰਗਾਂ ਤੇ ਵੀ ਪੈਣ ਜਾ ਰਿਹਾ? ਸਭ ਤੋਂ ਪਹਿਲਾਂ ਮੈਂ ਅਕਸ ਪੰਜਾਬ ਦੇ ਚੈਨਲ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਸਮਾਂ ਕੱਢ ਕੇ ਜੋ ਇਹ ਕਿਸਾਨੀ ਸੰਘਰਸ਼ ਪਿਛਲੇ 4 ਮਹੀਨਿਆਂ ਤੋਂ 2 ਮਹੀਨੇ ਦਿੱਲੀ ਦੇ ਬਾਰਡਰਾਂ 'ਤੇ ਸਾਡੇ ਕਿਸਾਨਾਂ ਨੂੰ ਬੈਠਿਆਂ ਨੂੰ ਹੋ ਗਿਆ ਹੈ, ਉਹਦੀ ਕਵਰੇਜ ਕਰਨ ਵਾਸਤੇ ਆਏ ਹਾਂ। ਇਹ ਮੈਂ ਬਹੁਤ ਮੁਬਾਰਕਬਾਦ ਦਿੰਦਾ। ਜਿਹੜਾ ਤੁਹਾਡਾ ਇਹ ਸਵਾਲ ਹੈ
ਕਿ ਕਿਸਾਨੀ ਦੇ ਜੋ ਕਾਲੇ ਬਿੱਲ ਬਣਾਏ ਹੈ ਸਰਕਾਰ ਨੇ, ਇਹ ਬਿਲਕੁਲ ਕਾਲੇ ਕਾਨੂੰਨੀ ਹੈ, ਮੌਤ ਦੇ ਵਾਰੰਟ ਹੈ। ਇਹਦੇ ਨਾਲ ਇਕੱਲਾ ਕਿਸਾਨ ਨੇ ਹੀ ਅਫੈਕਟ ਨਹੀਂ ਹੋਣਾਗਾ, ਕਿਸਾਨ ਦੇ ਨਾਲ ਜੋ ਮਜ਼ਦੂਰ ਤਬਕਾ ਜੁੜਿਆ ਹੈ, ਜੋ ਕਾਰੋਬਾਰੀ ਹੈ, ਚਾਹੇ ਕੋਈ ਛੋਟਾ ਦੁਕਾਨਦਾਰ ਹੈ, ਚਾਹੇ ਕੋਈ ਵੱਡਾ ਦੁਕਾਨਦਾਰ ਹੈ, ਜਾਂ ਕੋਈ ਕਾਰਖਾਨੇਦਾਰ ਹੈ, ਜਾਂ ਕੋਈ ਹੋਰ, ਤੇ ਸਾਰਿਆਂ ਤੇ ਹੀ ਇਹਦਾ ਅਸਰ ਪੈਣਾ ਹੈ। ਸੋ ਦੇਖੋ ਜੀ, ਜਿਵੇਂ ਇਹਨਾਂ ਨੇ ਹੁਣ ਗੱਲ ਰੱਖੀ ਕਿ ਜੀ ਇਹਦਾ ਕਿਸਾਨੀ ਇਕੱਲੀ, ਜੇਕਰ ਕਿਸੇ ਨੂੰ ਇਹ ਲੱਗ ਰਿਹਾ ਵੀ ਇਹ ਇਕੱਲੀ ਕਿਸਾਨੀ ਦਾ ਮਸਲਾ ਹੈ, ਇਹ ਇਕੱਲੀ ਕਿਸਾਨੀ ਦਾ ਨਹੀਂ, ਇਹਦੇ ਨਾਲ ਹਰੇਕ ਵੱਡਾ ਚਾਹੇ ਕੋਈ ਛੋਟਾ ਵਪਾਰੀ ਹੈ, ਦੁਕਾਨਦਾਰ ਹੈ, ਆਉਣ ਵਾਲੇ ਸਮੇਂ 'ਚ ਕਹਿ ਰਹੇ ਹੈ ਜੀ ਵੀ ਇਹਦਾ ਇਫੈਕਟ ਸਾਰਿਆਂ ਤੇ ਹੀ ਪੈਣਾ। ਸੋ ਕੰਸਲ ਸਾਹਿਬ, ਤੁਹਾਡੀ ਅਸੀਂ ਇੱਕ ਨੌਲੇਜ ਦੇ ਅਕੋਰਡਿੰਗ ਜੇਕਰ ਤੁਸੀਂ ਦੱਸ ਸਕੋ ਵੀ ਜਿਵੇਂ ਅਕਸਰ ਸਾਨੂੰ ਜੋ ਸੁਸਾਇਟੀ 'ਚ ਅਸੀਂ ਵਿਚਰਦੇ ਹਾਂ, ਅਕਸਰ ਕਵਰੇਜ ਕਰਦੇ ਹਾਂ, ਸਾਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਸਮੈਲਸ ਮਿਲਦੀ ਹੈ ਕਿ ਲੋਕਾਂ ਨੂੰ, ਕਈਆਂ ਨੂੰ ਇਹ ਲੱਗਦਾ ਕਿ ਜੀ ਇਹ ਕਿਸਾਨਾਂ ਦਾ ਮਸਲਾ ਹੈ, ਆਪਾਂ ਇਹਦੇ ਤੋਂ ਕੀ ਲੈਣਾ, ਆਪਾਂ ਤਾਂ ਦੁਕਾਨਦਾਰ ਹਾਂ, ਜਾਂ ਆਪਾਂ ਤਾਂ ਵਪਾਰੀ ਹਾਂ, ਜਾਂ ਆਪਾਂ ਕਿਸੇ ਹੋਰ ਕਿੱਤੇ ਨਾਲ ਜੁੜੇ ਹਾਂ। ਤਾਂ ਤੁਸੀਂ ਇੱਕ ਸਾਡੇ ਕੈਮਰਾ ਦੇ ਥਰੂ, ਸਾਡੇ ਚੈਨਲ ਦੇ ਥਰੂ ਇੱਕ ਆਮ ਸੋਸ਼ਲ ਸੁਸਾਇਟੀ ਲਈ ਇਹਨੂੰ ਕਿਸੇ ਤਰਕ ਦੇ ਨਾਲ ਜਸਟੀਫਾਈ ਕਰ ਸਕਦੇ ਹੋ ਕਿ ਆਉਣ ਵਾਲਾ ਟਾਈਮ ਜੇਕਰ ਇਹ ਅੱਜ ਬਿੱਲਾਂ ਨੂੰ ਆਪਾਂ ਖਾਰਿਜ ਨਹੀਂ ਕਰਵਾਉਂਦੇ, ਜਾਂ ਗਵਰਨਮੈਂਟ ਆਫ ਇੰਡੀਆ ਇਹਨਾਂ ਬਿੱਲਾਂ ਨੂੰ ਲਾਗੂ ਕਰਨ 'ਚ ਕਾਮਯਾਬ ਹੋ ਜਾਂਦੀ ਹੈ, ਤਾਂ ਬਾਕੀ ਜਿਹੜੇ ਵਰਗ ਹੈ ਕਿਸਾਨੀ ਤੋਂ ਇਲਾਵਾ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਇਹਦਾ ਇਫੈਕਟ ਪੈ ਸਕਦਾ ਜੀ? ਇਹ ਬਿਲਕੁਲ ਅਟਲ ਸੱਚਾਈ ਹੈ ਕਿ ਜੇ ਇਹ ਕਾਨੂੰਨ ਲਾਗੂ ਹੋ ਜਾਂਦੇ ਹੈ ਤੇ ਮੇਰਾ ਖਿਆਲ ਜੋ ਅੱਜ ਸਰਦਾਰ ਕਰਕੇ ਜਾਣਿਆ ਜਾਂਦਾ ਹੈ, ਸ਼ਾਹੂਕਾਰ ਕਰਕੇ ਜਾਣਿਆ ਜਾਂਦਾ ਹੈ, ਸਮਾਜ ਦੇ ਵਿੱਚ ਉਹਦਾ ਰੁਤਬਾ ਹੈ, ਜੇ ਕਾਨੂੰਨ ਲਾਗੂ ਹੋ ਜਾਂਦੇ ਆ ਇਹ ਸਾਰੇ ਰੁਤਬੇ ਮਿੱਟੀ ਦੇ ਵਿੱਚ ਮਿਲ ਜਾਣੇ, ਇੱਕ ਭਿਖਾਰੀ ਹੀ ਬਣਾ ਦੇਣਾ ਹੈ। ਜੇ ਇਹਨਾਂ ਦੀ ਮਨਸਾ ਸਹੀ ਹੁੰਦੀ, ਨੀਤ ਸਹੀ ਹੁੰਦੀ, ਤਾਂ ਇਹ ਕਾਨੂੰਨ ਚੋਰ ਮੋਰੀ ਦੇ ਨਾਲ ਪਾਸ ਨਾ ਕਰਦੇ, ਕੋਵਿਡ-19 ਦਾ ਸਹਾਰਾ ਨਾ ਲੈਂਦੇ, ਇਸ ਬਿੱਲ ਨੂੰ ਪਾਰਲੀਮੈਂਟ ਦੇ ਵਿੱਚ ਬਹਿਸ ਕਰਾਉਂਦੇ, ਰਾਜ ਸਭਾ 'ਚ ਬਹਿਸ ਕਰਾਉਂਦੇ। ਸੋ ਇਹਨਾਂ ਨੇ ਉਹ ਸਮਾਂ ਚੁਣਿਆ ਜਦੋਂ ਕਿ ਹਿੰਦੁਸਤਾਨ ਦੇ ਵਿੱਚ ਬੜਾ ਭਿਆਨਕ ਸਮਾਂ ਸੀ ਕੋਵਿਡ-19 ਦਾ। ਪਿਛਲੀ ਮੋਰੀਓਂ ਇਹ ਕਾਨੂੰਨ ਪਾਸ ਕਰਕੇ ਕਿਸਾਨਾਂ 'ਤੇ ਥੋਪੇ ਗਏ ਹੈ। ਹੁਣ ਜੋ ਕਿਸਾਨੀ ਸੰਘਰਸ਼ ਅੰਦੋਲਨ ਚੱਲ ਰਿਹਾ ਹੈ, ਤਾਂ ਇਹਦੇ ਤੋਂ ਇਹ ਸਾਫ਼ ਹੈ ਕਿ ਕਿਸਾਨਾਂ ਦੇ ਨਾਲ 10 ਗੇੜਾਂ ਦੀ ਮੀਟਿੰਗ ਹੋ ਰਹੀ ਹੈ, ਅਤੇ ਅੱਜ ਫੇਰ ਮੀਟਿੰਗ ਹੋ ਰਹੀ ਹੈ। ਜਿੰਨੀਆਂ ਮੀਟਿੰਗਾਂ ਹੋਈਆਂ ਬੇਸਿੱਟਾ ਰਹੀਆਂ ਹੈਗੀਆਂ। ਸਾਡੇ ਜੋ ਕਿਸਾਨ ਆਗੂ ਹਨ ਉਹ ਇਸ ਕਾਨੂੰਨਾਂ ਬਾਰੇ ਜੇ ਲਾਗੂ ਹੁੰਦੇ ਹੈ ਕੀ ਨੁਕਸਾਨ ਹੋਣਾ ਹੈ, ਬੜੇ ਡਿਟੇਲ ਦੇ ਨਾਲ ਉਹ ਦੱਸ ਰਹੇ ਹੈ। ਉਹ ਤੋਤਿਆਂ ਨੂੰ ਪੜ੍ਹਾਉਂਦੇ ਹੈ, ਜੋ ਮੀਟਿੰਗਾਂ ਕਰਦੇ ਆ, ਤੋਮਰ ਕਰਦਾ ਹੈ, ਪੀਸ ਗੋਲ ਹੈ, ਜਾਂ ਸਾਡਾ ਸੋਮ ਪ੍ਰਕਾਸ਼ ਹੈ, ਤਾਂ ਇਹਨਾਂ ਦੀ ਇੰਡੀਪੈਂਡੈਂਟ ਸੋਚ ਨਹੀਂ। ਜਦੋਂ ਕੋਈ ਪੁਆਇੰਟ ਆਉਂਦਾ ਹੈ ਤਾਂ ਉਦੋਂ ਹੀ ਇਹ ਉੱਠ ਕੇ ਨਾਲ ਦੇ ਕਮਰੇ ਜਾਂਦੇ ਆ, ਫਿਰ ਸਲਾਹ ਲੈਂਦੇ ਜਾਂ ਜਵਾਬ ਕੀ ਹੋਵੇ। ਸੋ ਇੱਥੋਂ ਇਹ ਪੂਰਾ ਹੀ ਜ਼ਾਹਰ ਹੈ ਕਿ ਇਹ ਕਾਨੂੰਨ ਮੱਲੋ ਮੱਲੀ ਥੋਪੇ ਜਾ ਰਹੇ ਹੈ। ਇਹਦੀ ਪਿਛੋਕੜ ਦੇ ਵਿੱਚ ਇਹ ਕਾਰਪੋਰੇਟ ਘਰਾਣਿਆਂ ਨੂੰ ਹਾਈਲਾਈਟ ਕਰਨਾ ਚਾਹੁੰਦਾ ਹੈਗਾ। ਰਿਸ਼ਤਾ ਹੈ ਅੱਜ ਤੋਂ 1757 ਦੇ ਵਿੱਚ ਇੱਕ ਈਸਟ ਇੰਡੀਆ ਕੰਪਨੀ ਆਈ ਸੀ, 100 ਦੇ ਕਿੰਨੇ ਸਾਲ ਉਹ ਰਾਜ ਕਰਕੇ ਗਈ ਹੈ, ਤੇ ਇੱਕ ਕੰਪਨੀ ਆਈ ਸੀ ਤੇ ਸਾਡਾ ਦੇਸ਼ ਗੁਲਾਮ ਰਿਹਾ ਹੈਗਾ। ਹੁਣ ਇਹ ਕਿੰਨੀਆਂ ਕੰਪਨੀਆਂ ਨੂੰ ਇਹ ਲਿਆ ਰਿਹਾ ਹੈਗਾ, ਤੇ ਫਿਰ ਤਾਂ ਪਤਾ ਨਹੀਂ ਫਿਰ ਬਰਬਾਦੀ ਹੈ, ਫਿਰ ਆਜ਼ਾਦੀ ਕਾਹਦੀ ਹੈ। ਸੋ ਦੇਖੋ, ਜਿਵੇਂ ਇਹਨਾਂ ਵੱਲੋਂ ਜੀ ਕਿਹਾ ਜਾ ਰਿਹਾ ਹੈ, ਕਾਫੀ ਵੱਡੀ ਗੱਲ ਇਹਨਾਂ ਨੇ ਕਹੀ ਕਿ ਜਦੋਂ ਦੇਸ਼ ਕਰੋਨਾ ਦੀ ਮਾਰ ਦੇ ਵਿੱਚ ਕੋਵਿਡ-19 ਦਾ ਇੱਕ ਪੈਂਡੇਮਿਕ ਜੋ ਇੰਡੀਆ ਦੇ ਵਿੱਚ ਆਇਆ ਹੋਇਆ ਸੀ, ਉਸ ਟਾਈਮ 'ਚ ਜਦੋਂ ਇੰਡੀਆ ਇੱਕ ਬੜੇ ਖਤਰਨਾਕ ਤੇ ਬੜੇ ਡੇਂਜਰਸ ਜ਼ੋਨ ਦੇ ਵਿੱਚੋਂ ਟੱਪ ਰਿਹਾ ਸੀ, ਬਹੁਤ ਮਾੜੇ ਹਾਲਾਤ ਚੱਲ ਰਹੇ ਸੀ, ਉਸ ਲੋਕਾਂ ਨੂੰ ਜੋ ਲੋਕਡਾਊਨ ਕਰਕੇ ਘਰਾਂ ਦੇ ਵਿੱਚ ਰੱਖਿਆ ਹੋਇਆ ਸੀ, ਉਸ ਸਮੇਂ ਦਾ ਗਵਰਨਮੈਂਟ ਆਫ ਇੰਡੀਆ ਵੱਲੋਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਫਾਇਦਾ ਚੱਕਿਆ ਗਿਆ, ਤੇ ਉਸ ਕਾਲ ਦੇ ਦੌਰਾਨ ਇਹ ਚੋਰ ਮੋਰੀ ਦੇ ਥਰੂ ਇਸ ਬਿੱਲ ਨੂੰ ਪਾਸ ਕੀਤਾ ਗਿਆ। ਤੇ ਜੋ ਇਹਨਾਂ ਵੱਲੋਂ ਇੱਕ ਆਰੋਪ ਵੀ ਲਾਏ ਜਾ ਰਹੇ ਗਵਰਨਮੈਂਟ ਆਫ ਇੰਡੀਆ ਤੇ ਕਿ ਜੋ ਇੱਕ ਪ੍ਰੋਪਰ ਪ੍ਰੋਸੈਸ ਹੈ, ਇੱਕ ਪਰਟੀਕੂਲਰ ਪ੍ਰੋਸੀਜਰ ਹੈ, ਉਹਦੇ ਥਰੂ ਇਹਨਾਂ ਬਿੱਲਾਂ ਨੂੰ ਨਹੀਂ ਟਪਾਇਆ ਗਿਆ, ਕੋਈ ਇਹਦੇ ਉੱਪਰ ਬਹਿਸ ਨਹੀਂ ਕਰਾਈ ਗਈ, ਤੇ ਇਹਨਾਂ ਨੂੰ ਪਾਸ ਕਰਕੇ ਕੀ ਹੈ ਇੱਕ ਸੋਸ਼ਲ ਸੁਸਾਇਟੀ ਨਾਲ, ਆਮ ਲੋਕਾਂ ਨਾਲ ਧੋਖਾ ਕੀਤਾ ਗਿਆ। ਸੋ ਅਸੀਂ ਇੱਕ ਸਾਰਿਆਂ ਤੋਂ ਕਾਮਨ ਸਵਾਲ ਹੈ ਜੀ ਸਾਡਾ, ਵੀ ਤੁਸੀਂ ਸਾਡੇ ਚੈਨਲ ਦੇ ਥਰੂ ਗਵਰਨਮੈਂਟ ਆਫ ਇੰਡੀਆ ਤੋਂ ਕੀ ਮੰਗ ਕਰਦੇ ਹੋ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਜੀ, ਕੀ ਉਹਨਾਂ ਵੱਲੋਂ ਕਰਿਆ ਜਾਵੇ ਤਾਂ ਜੋ ਲੋਕ ਇੰਨੇ ਸਟਰਗਲ ਦੇ ਨਾਲ ਉੱਤੇ ਟਾਈਮ ਪਾਸ ਕਰ ਰਹੇ ਆ, ਇੰਨੀ ਠੰਡ ਦੇ ਵਿੱਚ, ਜਿਵੇਂ ਤੁਸੀਂ ਇੱਥੇ ਬੈਠੇ ਹੋ, ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਬੀਬੀਆਂ, ਬਜ਼ੁਰਗ, ਬੱਚੇ, ਉੱਤੇ ਛੋਟੀ ਉਮਰ ਦੇ, ਵੱਡੀ ਉਮਰ ਦੇ ਬਹੁਤ ਲੋਕ ਬੈਠੇ ਆ, ਤੇ ਕੀ ਤੁਹਾਨੂੰ ਇਹੋ ਜਿਹਾ ਸਾਡੇ ਥਰੂ ਮੈਸੇਜ ਦੇਣਾ ਚਾਹੋਗੇ ਵੀ ਜਿਹਦੇ ਨਾਲ ਇਹ ਮਸਲੇ ਹੱਲ ਹੋ ਜਾਣ? ਸਵਾਲ ਤੁਹਾਡਾ ਇਹ ਬਹੁਤ ਵਧੀਆ
ਮੈਂ ਇਹੀ ਮੰਗ ਕਰਦਾ ਹਾਂ ਕਿ ਮੋਦੀ ਸਰਕਾਰ ਦੂਰਅੰਦੇਸ਼ੀ ਸੋਚ ਤੋਂ ਕੰਮ ਲੈਂਦਾ ਹੋਇਆ ਇਹ ਕਾਲੇ ਕਾਨੂੰਨ ਰੱਦ ਕਰ ਦੇ। ਜੇ ਚਾਹੁੰਦਾ ਹੈ ਕਿ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ, ਉਹਨਾਂ ਨੂੰ ਉੱਚਾ ਚੁੱਕਣਾ ਹੈ, ਤਾਂ ਨਵਾਂ ਕਾਨੂੰਨ ਬਣਾਵੇ, ਕਿਸਾਨਾਂ ਨੂੰ ਭਰੋਸੇ 'ਚ ਲਵੇ, ਪਾਰਲੀਮੈਂਟ ਦੇ ਵਿੱਚ ਬਹਿਸ ਕਰਾਵੇ, ਰਾਜ ਸਭਾ ਦੇ ਵਿੱਚ ਬਹਿਸ ਕਰਾਵੇ, ਤਾਂ ਜੋ ਉਹ ਕਾਨੂੰਨ ਲਾਗੂ ਹੋਵੇ। ਇਹ ਤਾਂ ਇੱਕ ਧੱਕੇਸ਼ਾਹੀ ਤੇ ਸੀਨਾ ਜੋਰੀ ਦੇ ਨਾਲ ਇਹ ਕਾਨੂੰਨ ਲਾਗੂ ਕਰਾ ਰਿਹਾ ਹੈਗਾ। ਕਿਸਾਨ ਮੰਨਣ ਨੂੰ ਤਿਆਰ ਨਹੀਂ, ਉਹ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ। ਸੋ ਇਹ ਇੱਕ ਲੈ ਰਿਹਾ, ਪ੍ਰੀਖਿਆ ਹੀ ਲੈ ਰਿਹਾ। ਮੈਂ ਤਾਂ ਕਹੂੰਗਾ ਕਿ ਦੇਖੋ 2 ਮਹੀਨੇ ਕਿੰਨੀਆਂ ਠੰਡਾਂ ਬਾਰਿਸ਼ਾਂ ਪਈਆਂ ਹੈਗੀਆਂ, ਬਾਰਡਰਾਂ ਦੇ ਉੱਤੇ ਸਾਡੇ ਮਾਤਾਵਾਂ ਭੈਣਾਂ ਬਜ਼ੁਰਗ ਬੈਠੇ ਹੈਗੇ ਆ, ਇਹਨਾਂ ਨੂੰ ਕੋਈ ਇਨਸਾਨੀਅਤ ਦੇ ਨਾਲ ਕੋਈ ਦਰਦ ਨਹੀਂ ਹੈ। ਸੋ ਇੱਕ ਅਪੀਲ ਹੈ ਜੀ ਵੀ ਇਨਸਾਨਾਂ ਦੇ ਆਮ ਲੋਕਾਂ ਦੇ ਦੁੱਖ ਨੂੰ ਸਮਝਦੇ ਹੋਏ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਕਾਨੂੰਨ ਵਾਪਸ ਲੈ ਕੇ ਇੱਕ ਪ੍ਰੋਪਰ ਪ੍ਰੋਸੀਜਰ ਦੇ ਥਰੂ ਇੱਕ ਅੱਛੇ ਤਰੀਕੇ ਨਾਲ ਕਾਨੂੰਨ ਲੈ ਕੇ ਆਏ ਜਾਣ, ਜਿਹੜੇ ਕਿ ਲੋਕ ਹਿਤੈਸ਼ੀ ਹੋਣ ਤੇ ਹੱਸ ਕੇ ਖਿੜੇ ਮੱਥੇ ਆਮ ਲੋਕਾਂ ਵੱਲੋਂ ਤੇ ਕਿਸਾਨਾਂ ਵੱਲੋਂ ਉਸ ਨੂੰ ਐਕਸੈਪਟ ਕੀਤਾ ਜਾਵੇ। ਮੋਦੀ ਸਰਕਾਰ ਮੁਰਦਾਬਾਦ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ। ਜਿਵੇਂ ਕਿ ਇਹਨਾਂ ਵੱਲੋਂ ਨਾਅਰੇਬਾਜ਼ੀ ਕਰਕੇ ਆਪਦਾ ਪੂਰਨ ਜੋਸ਼ ਵਿਖਾਇਆ ਜਾ ਰਿਹਾ ਕਿ ਇਹ ਗਵਰਨਮੈਂਟ ਆਫ ਇੰਡੀਆ ਦੇ ਵਿਰੁੱਧ ਅਟੱਲ ਤੌਰ ਤੇ ਖੜੇ ਹੈ, ਤੇ ਜਿੰਨਾ ਚਿਰ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਇਹਨਾਂ ਨੂੰ ਰੱਦ ਨਹੀਂ ਕਰਾਇਆ ਜਾਂਦਾ, ਇਹ ਇਸ ਧਰਨੇ ਤੋਂ ਉੱਠਣ ਵਾਲੇ ਨਹੀਂ ਹੈ। ਕੈਮਰਾਮੈਨ ਬਲਜਿੰਦਰ ਸਿੰਘ ਸੰਧੂ ਦੇ ਨਾਲ ਮੈਂ ਸਤਵੀਰ ਸਿੰਘ, ਅਕਸ ਪੰਜਾਬ ਦਾ ਨਿਊਜ਼ ਚੈਨਲ ਦੇ ਲਈ। ਥੈਂਕ ਯੂ ਜੀ।